ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਲੰਗੀਆਂ ਵਾਲਿਆ ਲਿਖਾਂ ਕੀ ਸਿਫਤ ਤੇਰੀ, ਕਾਗਜ ਕਲਮ ਤੋਂ ਤੇਰਾ ਆਕਾਰ ਵੱਡਾ। ਤੇਰੇ ਚੋਜ ਤੇ ਤੇਰੀ ਵਡਿਆਈ ਵੱਡੀ, ਤੇਰੇ ਗੁਣਾਂ ਦਾ ਚੋਜੀ ਭੰਡਾਰ ਵੱਡਾ। ਤੇਰੀ ਧਨ ਕੁਰਬਾਨੀ ਮੇਰੇ ਸ਼ਹਿਨਸ਼ਾਹ ਜੀ, ਕੀਤਾ ਸਿਰਾਂ ਦਾ ਤੂੰ ਹੀ ਵਪਾਰ ਵੱਡਾ। ਜੁਗਾਂ ਜੁਗਾਂ ਨਾ ਲਥਨਾ ਖਾਲਸੇ ਤੋਂ, ਸਿੱਖ ਕੌਮ ਤੇ ਤੇਰਾ ਉਧਾਰ ਵੱਡਾ। ਜੁਗਾਂ ਜੁਗਾਂ ਨਾ ਲਥਨਾ ਖਾਲਸੇ ਤੋਂ, ਸਿੱਖ ਕੌਮ ਤੇ ਤੇਰਾ ਉਧਾਰ ਵੱਡਾ। ਪਰਮ ਸਨਮਾਨਯੋਗ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ, ਰਲ ਮਿਲ ਬੈਠਣ ਦਾ ਸੁਭਾਗ ਬਖਸ਼ਿਆ ਹੈ। ਅੰਮ੍ਰਿਤ ਵੇਲੇ ਦੀਆਂ ਅਮੋਲਕ ਘੜੀਆਂ ਬਖਸ਼ਿਸ਼ ਕੀਤੀਆਂ। ਕੋਸ਼ਿਸ਼ ਕਰਾਂਗੇ ਥੋੜ੍ਹੇ ਸਮੇਂ ਤੋਂ ਬਹੁਤਾ ਲਾਹਾ ਲਿਆ ਜਾਵੇ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਕੁਝ ਸਮਾਂ ਇਤਿਹਾਸਕ ਵਿਚਾਰਾਂ ਦੇ ਨਾਲ ਆਪਾਂ ਸਾਂਝ ਪਾਉਣੀ ਹੈ। ਸੋ ਸਭ ਤੋਂ ਪਹਿਲਾਂ ਸ਼ਹੀਦ ਪਿਤਾ ਦੇ ਪੁੱਤਰ, ਸ਼ਹੀਦ ਪੁੱਤਰਾਂ ਦੇ ਪਿਤਾ ਸਰਬੰਸ ਦਾਨੀ ਮਾਂ ਗੁਜਰੀ ਦੇ ਚੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਘਰ ਦੇ ਚਿਰਾਗ, ਆਨੰਦਪੁਰ ਦੇ ਵਾਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਬਖਸ਼ਿਸ਼ ਦੁਹਰਾਓ। ਕੋਈ ਰਸਨਾ ਵਾਂਝੀ ਨਾ ਰਵੇ, ਇੱਕੋ ਵਾਰ ਕਹਿਣ ਤੇ ਗੱਜ ਕੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰੂ ਸਵਾਰਿਓ, ਆਪ ਜੀ ਕੱਲ੍ਹ ਸਰਵਣ ਕਰ ਰਹੇ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਖਾਲਸੇ ਦਾ ਹੁਕਮ ਮੰਨ ਕੇ 8 ਪੋਹ ਦੀ ਰਾਤ ਨੂੰ ਚਮਕੌਰ ਦੀ ਗੜੀ ਛੱਡ ਦਿੱਤੀ। ਨਾਲ ਪਾਤਸ਼ਾਹ ਦੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ ਗੜੀ ਤੋਂ ਬਾਹਰ ਨਿਕਲੇ ਤੇ ਪਾਤਸ਼ਾਹ ਨੇ ਆਖਿਆ ਹੈ ਕਿ ਉਹ ਸਾਹਮਣੇ ਇੱਕ ਤਾਰਾ ਹੈ। ਮਹਾਰਾਜ ਕਹਿੰਦੇ ਉਸ ਤਾਰੇ ਦੀ ਸੇਧ ਲੈ ਕੇ ਆਪਾਂ ਚੱਲਣਾ ਹੈ। ਜੇ ਇੱਕ ਦੂਜੇ ਤੋਂ ਵਿਛੜ ਵੀ ਗਏ ਤੇ ਉਸ ਤਾਰੇ ਦੀ ਸੇਧ ਆ ਜਾਣਾ ਤੇ ਇਕੱਠੇ ਹੋ ਜਾਵਾਂਗੇ। ਚਮਕੌਰ ਦੀ ਗੜੀ ਤੋਂ ਨਿਕਲ ਕੇ ਪਾਤਸ਼ਾਹ ਨੇ ਤਾੜੀ ਮਾਰੀ, ਦੁਸ਼ਮਣ ਨੂੰ ਲਲਕਾਰ ਦਿੱਤਾ ਹੈ ਕਿ ਸਿੱਖਾਂ ਦਾ ਗੁਰੂ ਜਾ ਰਿਹਾ ਹੈ। ਚੋਰੀ ਨਹੀਂ ਦੱਸ ਕੇ ਗਏ। ਪੈਰਾਂ ਦਾ ਜੋੜਾ ਪਾਤਸ਼ਾਹ ਨੇ ਉਤਾਰ ਦਿੱਤਾ। ਭਾਵੇਂ ਉਸ ਵੇਲੇ ਠੰਡ ਬਹੁਤ ਸੀ, ਅੱਜ ਤਾਂ ਠੰਡ ਕੁਝ ਵੀ ਨਹੀਂ ਹੈ ਉਸ ਸਮੇਂ ਦੇ ਮੁਕਾਬਲੇ 'ਚ। ਉਸ ਵੇਲੇ ਠੰਡ ਬਹੁਤ ਜ਼ਿਆਦਾ ਹੁੰਦੀ ਸੀ, ਅੱਜ ਤਾਂ ਕੁਝ ਵੀ ਨਹੀਂ। ਪਾਤਸ਼ਾਹ ਨੇ ਪੈਰਾਂ ਦਾ ਜੋੜਾ ਉਤਾਰ ਦਿੱਤਾ ਤੇ ਅੱਗੇ ਨੂੰ ਚੱਲ ਪਏ। ਜਦੋਂ ਅੱਗੇ ਨੂੰ ਚੱਲੇ ਨਾ ਤੇ ਪਾਤਸ਼ਾਹ ਨੂੰ ਭਾਈ ਦਇਆ ਸਿੰਘ ਹੋਣੀ ਨਜ਼ਰ ਨਾ ਆਏ ਤੇ ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ ਹੈ। ਉਹ ਕਵੀ ਲਿਖਦਾ ਹੈ, ਬੱਦਲਾਂ 'ਚ ਬਿਜਲੀ ਚਮਕੇ ਸੀਗੀ ਮਾਰਦੀ, ਹੋਈ ਰੋਸ਼ਨਾਈ ਜਾਂ ਸੁਨਹਿਰੀ ਜਿਹੀ ਤਾਰ ਦੀ। ਦਇਆ ਸਿੰਘ ਵੱਲ ਨਿਗਾਹ ਪਈ ਜਾਂਦਾ ਤਾਰ ਦੀ, ਉਹ ਗੋਦ ਵਿੱਚ ਲਾਸ਼ ਲੈ ਕੇ ਬੈਠਾ ਸੀ ਜੁਝਾਰ ਦੀ। ਅੱਧੀ ਰਾਤ, ਹਨੇਰਾ ਬਹੁਤ ਹੈ, ਦਿਸਦਾ ਕੁਝ ਨਹੀਂ ਹੈ ਤੇ ਜਦੋਂ ਬੱਦਲਾਂ 'ਚ ਬਿਜਲੀ ਲਚਕੀ ਨਾ, ਚਮਕ ਪਈ, ਉਸ ਚਮਕ ਦੀ ਰੋਸ਼ਨੀ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਜ਼ਰ ਕੀ ਆਇਆ? ਭਾਈ ਦਇਆ ਸਿੰਘ ਬੈਠੇ ਨੇ, ਗੋਦ ਵਿੱਚ ਬਾਬਾ ਜੁਝਾਰ ਸਿੰਘ ਜੀ ਦਾ ਸਰੀਰ ਲਿਆ ਹੋਇਆ, ਗੋਦ 'ਚ ਸੀਸ ਰੱਖਿਆ ਹੋਇਆ ਬਾਬਾ ਜੁਝਾਰ ਸਿੰਘ ਜੀ ਦਾ। ਜਦੋਂ ਕਲੰਗੀਆਂ ਵਾਲੇ ਪਾਤਸ਼ਾਹ ਕਹਿੰਦੇ ਦਇਆ ਸਿੰਘ ਨੂੰ ਆਵਾਜ਼ ਦਿੰਦੇ ਨੇ ਨਾ ਵੀ ਚੱਲੀਏ ਅੱਗੇ ਨੂੰ, ਤੇ ਕਵੀ ਦੀ ਕਲਮ ਕਹਿੰਦੀ ਹੈ ਕਿ ਦਇਆ ਸਿੰਘ ਕਹਿੰਦਾ, ਕੀ ਸੀ ਕਲੰਗੀਆਂ ਵਾਲੇ ਦਾ ਵਿਗੜ ਜਾਂਦਾ, ਚਾਰ ਹੰਝੂ ਜੇ ਫੁੱਲ ਤੇ ਘੇਰ ਜਾਂਦਾ, ਉਹਦੀ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ, ਸੁੱਕਾ ਹੱਥ ਜੇ ਚੰਨ ਤੇ ਫੇਰ ਜਾਂਦਾ। ਦਇਆ ਸਿੰਘ ਕਹਿੰਦੇ, ਮਹਾਰਾਜ ਜਾਂਦੀ ਵਾਰ ਇੱਕ ਵਾਰ ਤਾਂ ਵੇਖ ਲਓ ਬਾਬਾ ਜੁਝਾਰ ਸਿੰਘ ਜੀ ਨੂੰ। ਦੁਨੀਆ ਜਾਣਦੀ ਆ ਮਹਾਰਾਜ ਤੁਸੀਂ ਤਿਆਗੀ ਹੋ, ਜਿਹਨੇ ਸਾਰਾ ਖਜ਼ਾਨਾ ਸਰਸਾ ਦੀ ਭੇਟ ਚਾੜ ਦਿੱਤਾ ਹੋਵੇ, ਇਦੋਂ ਵੱਡਾ ਤਿਆਗੀ ਕੌਣ ਹੋ ਸਕਦਾ ਹੈ? ਜਿਹਨੇ ਆਪਣੇ ਹੱਥੀਂ ਆਪ ਆਪਣੇ ਪਿਤਾ ਨੂੰ ਸੀਸ ਦੇਣ ਵਾਸਤੇ ਦਿੱਲੀ ਭੇਜਿਆ, ਇਦੋਂ ਵੱਡਾ ਤਿਆਗੀ ਕੌਣ ਹੋ ਸਕਦਾ ਹੈ? ਜਿਹਨੇ ਚਾਵਾਂ ਨਾਲ ਆਨੰਦਪੁਰ ਸਾਹਿਬ ਨੂੰ ਬਣਾਇਆ ਹੈ, ਉਹਨੂੰ ਤਿਆਗ ਦੇਣਾ
इदों वड्डा त्यागी कौन हो सकता है। महाराज पाउंटा साहिब गए सी ना, जिस दिन पाउंटा साहिब तो आ गए दोबारा उत्थे गए ही नहीं। आनंदपुर साहिब महाराज रहे, महाराज जियां दा घर है, बड़ा प्यार है आनंदपुर नाल। पर जिदे आनंदपुर साहिब छड्डिया उदों दोबारा फिर मुड़ के आनंदपुर साहिब नहीं गए। हर किसी का अपने घर नाल प्यार हुंदा है गुरमुखो। अज असीं विदेश चले जाइए ना, उत्थों दे PR भी हो जाइए, सारा परिवार भी उत्थे ले जाइए, सारा ही परिवार PR हो गया कनेडा का, तो जिहड़ा इंडिया के अंदर पंजाब च घर आ वेचण नूं दिल नहीं करता। नाले पता है भी हुण रहना उत्थे ही है, इत्थे नहीं आउणा मुड़ के। फिर भी किसी नूं कहिंदे साडा घर सांभिओ जी, किसी नूं घर संभाल के चले जांदे, वेचदे नहीं, प्यार है। पर धन है कलंगियां वालिया तेरा जिगरा, एडा वड्डा त्यागी तू। दया सिंह कहते महाराज दुनिया जानती है तू त्यागी हैगा है, पर जे तू एक बार जुझार सिंह के मुख ते हाथी फेर देवें सुका, फिर किते तेरी त्याग दी मिंदी लत थोड़ी चली। जुझार सिंह दे शरीर नूं लेके बैठा भाई दया सिंह कलंगियां वाले पातशाह नूं आवाज़ां दिंदा है, पर अगों कलंगियां वाला बापू की कहंदा है। महाराज कहते मेरी रूह इस मौत नूं लोचदी रही, मैं हुक्म वजा के आ गया हाँ। लोकी कहणगे कहन लख वार मैनू, कि मैं पुत मरवा के आ गया हाँ। इन्हां मेहनियां तो समझा मान मिलदा, कि जान बचा के आ गया हाँ। ओ मैनू रता परवाह नहीं, भावें जग सारा मैनू लख वारी रण दा चोर समझे, पर मैं ये ना सुना कि गोबिंद सिंह ने सिंह होर ते पुत होर समझे। महाराज कहंदे मैनू लोग कहण कि ये तो रण दा चोर भज के आ गया सी, ये पुत मरवा के आ गया। मैनू लोग कहण कोई गल नहीं, मैं इन्हां महणियां नूं अपना मान समझांगा, पर मैं ये नहीं सुन सकदा कि कोई आखे कि सिखां दे भी शरीर पए सी, उन्हां दे कोल दी लंघ आए गुरु गोबिंद सिंह ते जुझार सिंह दे मुख ते हथ फेर के प्यार करके आए। कोई ये ना आखे कि गुरु गोबिंद सिंह ने सिंह होर ते पुत होर समझे। महाराज कहंदे अमृत धारिया उठ निश्चिंत हो के, राजी कदी नहीं सारा संसार रहिंदा, लत दोही बेड़ी विच नहीं सी रख सकदा, जां उरार रहिंदा जां पार रहिंदा। महाराज कहंदे दो बेड़ियां च पैर नहीं रखिया जांदा, इक्को ही बेड़ी च पैर रखना सी ना। इक्को चीज ही सज्जना रखनी सी, जां असूल रहिंदा जां परिवार रहिंदा।
ਦੋਹਾ ਜੋਗੀ ਨਹੀਂ ਸੀ ਦਿਲ ਵਿੱਚ ਥਾਂ ਮੇਰੇ, ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ ਰਹਿੰਦਾ। ਮਹਾਰਾਜ ਕਹਿੰਦੇ ਜਾਂ ਤਾਂ ਕੌਮ ਰਹਿੰਦੀ ਤੇ ਜਾਂ ਫਿਰ ਪਰਿਵਾਰ ਦਾ ਪਿਆਰ ਰਹਿੰਦਾ, ਇੱਕੋ ਹੀ ਚੀਜ਼ ਰਹਿਣੀ ਸੀ ਨਾ। ਭਾਈ ਦਇਆ ਸਿੰਘ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਗੱਲਾਂ ਕਰਦੇ ਨੇ। ਬਹੁਤ ਸਾਰੇ ਕਵੀਆਂ ਨੇ ਆਪਣੀ ਆਪਣੀ ਰਾਏ ਨਾਲ ਅਨੇਕਾਂ ਤਰ੍ਹਾਂ ਦੀਆਂ ਕਵਿਤਾਵਾਂ ਲਿਖੀਆਂ, ਬੜੇ ਪਿਆਰ ਵਿੱਚ ਭਿੱਜ ਕੇ। ਇੱਕ ਕਵੀ ਕਹਿੰਦਾ ਹੈ, ਉਹਨੇ ਵੀ ਦਇਆ ਸਿੰਘ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੀ ਗੱਲਬਾਤ ਕਰਦੇ ਨੇ ਆਪਣੀ ਕਲਮ ਨਾਲ ਲਿਖਿਆ ਹੈ। ਕਲੰਗੀਆਂ ਵਾਲਿਆ ਸੁਨਹਿਰੀ ਬਾਜਾਂ ਵਾਲਿਆ, ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾਲਿਆ। ਦੇਖ ਕੇ ਜੁਝਾਰ ਨੂੰ ਕਿਉਂ ਪੈਰ ਖਿਸਕਾਲਿਆ, ਲੱਗਾ ਹੋਇਆ ਦਾਤਾ ਦੱਸ ਪਿੱਛੇ ਕਿਹੜੀ ਗੱਲ ਦੇ। ਪੁੱਤਰਾਂ ਦਾ ਵਿਛੋੜਾ ਤਾਂ ਪੰਖੇਰੂ ਵੀ ਨਹੀਂ ਝੱਲਦੇ, ਲੱਖਾਂ ਹੀ ਗਰੀਬ ਮਾਪੇ ਇਸ ਜੱਗ ਉੱਤੇ ਆਏ ਨੇ, ਖੱਫਣੋਂ ਬਗੈਰ ਦੱਸ ਕਿਹਦੇ ਪੁੱਤ ਗਏ ਨੇ। ਜੀ ਕਰ ਇੱਥੇ ਕੁਝ ਪਿਆਰ ਜਿੱਤ ਲਾ ਦਿਆਂ, ਪੱਗ ਲਾ ਕੇ ਸਿਰ ਦੀ ਦੋ ਟੋਟ ਕੇ ਬਣਾ ਦਿਆਂ। ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ, ਨਿਭਾਈ ਦੀ ਜੋ ਆਖਰੀ ਉਹ ਰਸਮ ਨਿਭਾ ਦਿਆਂ। ਦਇਆ ਸਿੰਘ ਕਹਿੰਦਾ, ਮਹਾਰਾਜ ਜੇ ਆਖੋ ਤਾਂ ਸਿਰ ਦੀ ਪੱਗ ਲਾ ਕੇ ਦੋ ਟੋਟੇ ਕਰਕੇ ਅੱਧਾ ਬਾਬਾ ਜੁਝਾਰ ਸਿੰਘ ਜੀ ਦੇ ਸਰੀਰ ਤੇ ਪਾ ਦਿਆਂ, ਅੱਧਾ ਮੈਂ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਤੇ ਪਾ ਦਿਆਂ। ਗਰੀਬ ਤੋਂ ਗਰੀਬ ਵੀ ਬੰਦਾ ਹੋਵੇ ਤੇ ਉਹਦੇ ਵੀ ਕਿਤੇ ਪੁੱਤ ਚੜ੍ਹਾਈ ਕਰ ਜਾਣ ਤੇ ਉਹਨਾਂ ਨੂੰ ਵੀ ਖੱਫਣ ਨਸੀਬ ਹੁੰਦਾ ਹੈ। ਮਹਾਰਾਜ ਆਖਰੀ ਰਸਮ ਨਿਭਾ ਦਿਆਂ। ਇੱਦਾਂ ਕਿਉਂ ਤੁਸੀਂ ਜਿਵੇਂ ਜੁਝਾਰ ਸਿੰਘ ਨੂੰ ਜਾਣਦੇ ਨਹੀਂ ਹੁੰਦੇ ਮਹਾਰਾਜ, ਤੁਸੀਂ ਤਾਂ ਇੱਦਾਂ ਕੋਲ ਦੀ ਲੰਘ ਗਏ ਹੋ। ਪੰਛੀਆਂ ਨੂੰ ਵੀ ਆਪਣੇ ਬੱਚੇ ਤਾਂ ਪਿਆਰੇ ਹੁੰਦੇ ਨੇ, ਪੁੱਤਰਾਂ ਦਾ ਵਿਛੋੜਾ ਤਾਂ ਪੰਖੇਰੂ ਵੀ ਨਹੀਂ ਚੱਲਦੇ। ਮਹਾਰਾਜ ਤੁਸੀਂ ਕਿਉਂ ਕੋਲ ਦੀ ਲੰਘ ਗਏ। ਤੇ ਭਾਈ ਦਇਆ ਸਿੰਘ ਦੀ ਗੱਲ ਸੁਣ ਕੇ ਕਲੰਗੀਆਂ ਵਾਲਾ ਬਾਪੂ ਕਹਿੰਦਾ, ਅੱਗੋਂ ਬੋਲੇ ਦਸ਼ਮੇਸ਼ ਪਿਤਾ ਲਲਕਾਰ ਕੇ, ਲੈਣਾ ਕੀ ਆ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੇ। ਦੇਖ ਲੈ ਮੈਦਾਨ ਵਿੱਚ ਜਰਾ ਝਾਤੀ ਮਾਰ ਕੇ, ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਾਂ ਵਾਰ ਕੇ। ਮਹਾਰਾਜ ਕਹਿੰਦੇ ਵੇਖ ਮੇਰੇ ਪੁੱਤਰਾਂ ਨਾਲੋਂ ਪਿਆਰੇ ਸਿੰਘ ਕਿੰਨੇ ਸ਼ਹੀਦ ਹੋਏ ਆ। ਦਇਆ ਸਿੰਘ ਜੇ ਸਰੀਰ ਤੇ ਕੱਪੜਾ ਹੀ ਪਾਉਣਾ ਤੇ ਸਾਰਿਆਂ ਦੇ ਪਾ ਦੇ, ਨਹੀਂ ਤੁਰਿਆ। ਦੇਖ ਲੈ ਮੈਦਾਨ ਵਿੱਚ ਜਰਾ ਝਾਤੀ ਮਾਰ ਕੇ, ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਾਂ ਵਾਰ ਕੇ। ਬਿਨਾਂ ਤਨਖਾਹਾਂ ਤੋਂ ਰਹੇ ਜੋ ਮੇਰੇ ਨਾਲ ਨੇ, ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ। ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਚੁੱਕਦਾ। ਕੌਮ ਦੇ ਸ਼ਹੀਦ ਕਦੇ ਖਫਣਾ ਨੂੰ ਨਹੀਂ ਲੋਚਦੇ,
ਤੂੰ ਇਹਦਾ ਹੀ ਦੁਮਾਲਾ ਇਹਦੇ ਮੁਖ ਉੱਤੇ ਮੋੜ ਦੇ। ਦਇਆ ਸਿੰਘਾ ਮੋਹ ਦੇ ਤਿੰਨ ਕੇ ਤਰੋੜ ਦੇ। ਤੂੰ ਇਹਦਾ ਹੀ ਦੁਮਾਲਾ ਇਹਦੇ ਮੁਖ ਉੱਤੇ ਮੋੜ ਦੇ। ਦਇਆ ਸਿੰਘਾ ਕਿਉਂ ਦੇਈ ਜਾਨਾ ਮੋਹ ਦੀਆਂ ਥੰਮੀਆਂ। ਸਿੱਖੀ ਦੀਆਂ ਵਾਟਾਂ ਹਜੇ ਹੋਰ ਵੀ ਨੇ ਲੰਮੀਆਂ। ਮਹਾਰਾਜ ਕਹਿੰਦੇ ਦਇਆ ਸਿੰਘਾ ਕਿਉਂ ਮੋਹ ਦੀਆਂ ਥੰਮੀਆਂ ਦੇਈ ਜਾਨਾ। ਸਿੱਖੀ ਦੀ ਵਾਟ ਅਜੇ ਹੋਰ ਵੀ ਬੜੀ ਲੰਮੀ ਆ, ਕਿਉਂਕਿ ਕਲਗੀਆਂ ਵਾਲੇ ਬਾਪੂ ਅੰਤਰਜਾਮੀ ਨੇ, ਸਭ ਕੁਝ ਜਾਣਦੇ ਨੇ ਕਿ ਦਇਆ ਸਿੰਘ ਤਾਂ ਜੁਝਾਰ ਸਿੰਘ ਦਾ ਸਰੀਰ ਲੈ ਕੇ ਬੈਠਾ ਹੈ ਤੇ ਉਧਰ ਸਰਹੰਦ ਤੋਂ ਵੀ ਸੁਨੇਹਾ ਆਉਣ ਵਾਲਾ ਹੈ। ਸਰਹੰਦ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦੇਣਾ ਹੈ, ਉਹ ਮਹਾਰਾਜ ਜਾਣਦੇ ਨੇ। ਐਵੇਂ ਹੀ ਨਹੀਂ ਆਖਿਆ ਕਿ ਸਿੱਖੀ ਦੀਆਂ ਵਾਟਾਂ ਅਜੇ ਹੋਰ ਵੀ ਲੰਮੀਆਂ ਹੈ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਤੋਂ ਨਿਕਲ ਕੇ ਤੁਰ ਗਏ, ਨਾਲ ਭਾਈ ਦਇਆ ਸਿੰਘ, ਮਾਨ ਸਿੰਘ, ਧਰਮ ਸਿੰਘ। ਤੇ ਮਹਾਰਾਜ ਨੇ ਜਦੋਂ ਉੱਚੀ ਆਵਾਜ਼ ਦਿੱਤੀ ਸੀ ਤੇ ਇਹ ਸ਼ਾਹੀ ਫੌਜਾਂ, ਮੁਗਲ ਫੌਜਾਂ ਸਾਰੇ ਉੱਠ ਪਏ, ਮਿਸਾਲਾਂ ਜਗਾਈਆਂ। ਇੱਕਦਮ ਭਗਦੜ ਮੱਚ ਗਈ, ਰੌਲਾ ਪੈ ਗਿਆ। ਯਾ ਅਲੀ ਦੇ ਨਾਅਰੇ ਲੱਗਣ ਲੱਗੇ, ਫੜ ਲਓ ਹੋਣ ਲੱਗੀ। ਜਦੋਂ ਇੱਕਦਮ ਰੌਲਾ ਪੈ ਗਿਆ ਤੇ ਕਹਿੰਦੇ ਇੱਕ ਬਹੁਤ ਤੇਜ਼ ਹਵਾ ਆਈ ਤੇ ਇਹਨਾਂ ਨੇ ਜਿਹੜੀਆਂ ਮਿਸਾਲਾਂ ਜਗਾਈਆਂ ਸੀ ਸਾਰੀਆਂ ਬੁਝ ਗਈਆਂ। ਰਾਤ ਨੂੰ ਇਹ ਸ਼ਰਾਬਾਂ ਨਾਲ ਡੱਕ ਕੇ ਸੁੱਤੇ ਸੀ। ਹੁਣ ਉੱਠ ਤਾਂ ਖੜੇ, ਨਸ਼ੇ 'ਚ ਪਤਾ ਨਾ ਲੱਗੇ। ਇੱਕ ਨਸ਼ੇ 'ਚ ਹੈ, ਦੂਜਾ ਹਨੇਰਾ ਬਹੁਤ ਹੈ, ਤੀਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਕਲਾ ਐਸੀ। ਇਹ ਹੁਣ ਇੱਕ ਦੂਜੇ ਨੂੰ ਆਪ ਹੀ ਵੱਢਣ ਟੁੱਕਣ ਲੱਗ ਪਏ। ਕਹਿੰਦੇ ਜਿੱਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 8 ਪੋਹ ਦੀ ਰਾਤ ਨੂੰ ਚਮਕੌਰ ਦੀ ਗੜੀ ਛੱਡੀ, ਉਸ ਤੋਂ ਬਾਅਦ ਇਹਨਾਂ ਦਾ ਆਪਸ ਵਿੱਚ ਲੜ ਕੇ ਬਹੁਤ ਨੁਕਸਾਨ ਹੋਇਆ। ਇਹਨਾਂ ਨੂੰ ਦਿਸੇ ਕੁਝ ਨਾ ਵੀ ਆਪਣਾ ਕਿਹੜਾ ਤੇ ਬੇਗਾਨਾ ਕਿਹੜਾ, ਆਪਸ ਵਿੱਚ ਹੀ ਇੱਕ ਦੂਜੇ ਨੂੰ ਵੱਢੀ ਗਏ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਤਾਰੇ ਦੀ ਸੇਧ ਲੈ ਕੇ ਆਖਿਆ ਸੀ ਮਹਾਰਾਜ ਨੇ, ਉਹ ਤਾਰੇ ਦੀ ਸੇਧ ਲੈ ਕੇ ਤੁਰੇ ਗਏ। ਹੁਣ ਪਾਤਸ਼ਾਹ ਦੇ ਪੈਰਾਂ 'ਚ ਜੋੜਾ ਨਹੀਂ, ਤੁਰਦਿਆਂ ਨਾ ਕਹਿੰਦੇ ਅੰਮ੍ਰਿਤ ਵੇਲਾ ਹੋ ਗਿਆ। ਜਦੋਂ ਨੂੰ ਅੰਮ੍ਰਿਤ ਵੇਲਾ ਹੋਇਆ ਤੇ ਉਹਨੇ ਨੂੰ ਇੱਕ ਅੱਗੇ ਪਿੰਡ ਆ ਗਿਆ। ਇਤਿਹਾਸ ਦੱਸਦਾ ਹੈ ਕਿ ਉਸ ਪਿੰਡ ਦਾ ਨਾਮ ਹੈ ਬਹਿਲੋਲਪੁਰ। ਉਸ ਪਿੰਡ ਦੇ ਬਾਹਰ ਇੱਕ ਛੋਟਾ ਜਿਹਾ ਟੋਭਾ ਹੈ। ਉਸ ਟੋਭੇ ਤੇ ਇੱਕ ਪੰਡਿਤ ਇਸ਼ਨਾਨ ਕਰਨ ਵਾਸਤੇ ਹੈ ਜੀ ਆਇਆ ਹੀ ਹੈ। ਉਹ ਰਾਮ ਰਾਮ ਜਪ ਰਿਹਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਪੰਡਿਤ ਵੱਲ ਗਏ। ਭਾਈ ਦਇਆ ਸਿੰਘ ਜੀ, ਭਾਈ ਮਾਨ ਸਿੰਘ, ਭਾਈ ਧਰਮ ਸਿੰਘ ਉਹ ਮਹਾਰਾਜ ਤੋਂ ਪਹਿਲਾਂ ਹੀ ਵਿਛੜ ਗਏ, ਕਿਉਂਕਿ ਜਦੋਂ ਉੱਥੋਂ ਤੁਰੇ ਤੇ ਤੂਫਾਨ ਆ ਗਿਆ, ਝੱਖੜ ਝੁੱਲ ਗਿਆ ਤੇ ਉਸ ਵੇਲੇ ਵਿਛੜ ਗਏ ਸਨ। ਮਹਾਰਾਜ ਇਕੱਲੇ। ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪੈਰਾਂ 'ਚ ਮੌਜਾ ਨਹੀਂ ਹੈ, ਜੋੜਾ ਨਹੀਂ। ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕੋਲੇ ਨੀਲਾ ਘੋੜਾ ਵੀ ਨਹੀਂ ਹੈ। ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਸੀਸ ਤੇ ਕਲਗੀ ਵੀ ਨਹੀਂ ਹੈ। ਹਾਂ, ਇੱਕ ਕੇਵਲ ਪਾਤਸ਼ਾਹ ਦੇ ਕੋਲ ਹੱਥ ਵਿੱਚ ਸ਼੍ਰੀ ਸਾਹਿਬ ਜ਼ਰੂਰ ਹੈ, ਹੋਰ ਕੁਝ ਨਹੀਂ। ਤੇ ਚਲਦਿਆਂ ਮਹਾਰਾਜ ਜਦੋਂ ਆਏ ਤੇ ਪੰਡਿਤ ਨੂੰ ਪੁੱਛਦੇ, ਕਹਿਣ ਲੱਗੇ ਪੰਡਿਤ ਜੀ ਇਹ ਕਿਹੜਾ ਪਿੰਡ ਹੈ? ਉਹ ਪੰਡਿਤ ਕਹਿਣ ਲੱਗਿਆ ਜੀ ਇਹ ਪਿੰਡ ਹੈਗਾ ਬਹਿਲੋਲਪੁਰ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇੱਕ ਗੱਲ ਚੇਤੇ ਆਈ
क्योंकि गुरु गोबिंद सिंह महाराज जी ਨੂੰ ਪਿਆਰ ਕਰਨ ਵਾਲਾ ਇੱਕ ਪੂਰਨ ਨਾਮ ਦਾ ਮਸੰਦ ਉਹ ਬਹਿਲੋਲਪੁਰ ਪਿੰਡ ਦਾ ਹੈ। ਉਹ ਇਸੇ ਇਲਾਕੇ 'ਚੋਂ ਸੰਗਤ ਇਕੱਠੀ ਕਰਕੇ ਆਪਣੇ ਘਰ ਸੰਗਤ ਲਾਉਂਦਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਗੁਣ ਗਾਇਨ ਕਰਦਾ ਤੇ ਸੰਗਤ ਦੇ ਕੋਲੋਂ ਦਸਵੰਧ ਭੇਟਾ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਕੇ ਆਉਂਦਾ ਸੀ ਤੇ ਸੰਗਤ ਨੂੰ ਸ਼੍ਰੀ ਅਨੰਦਪੁਰ ਸਾਹਿਬ ਲੈ ਕੇ ਜਾਂਦਾ ਸੀ ਪੂਰਨ ਮਸੰਦ। ਉਹਨੇ ਜਦੋਂ ਵੀ ਅਨੰਦਪੁਰ ਸਾਹਿਬ ਜਾਣਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਦੋਵੇਂ ਹੱਥ ਜੋੜ ਕੇ ਕਹਿਣਾ, ਮਹਾਰਾਜ ਸਾਡੇ ਵੀ ਨਗਰ ਵਿੱਚ ਆਓ, ਸਾਡੇ ਵੀ ਘਰ ਚਰਨ ਪਾਓ। ਤੇ ਮਹਾਰਾਜ ਨੇ ਕਹਿਣਾ, ਕੋਈ ਗੱਲ ਨਹੀਂ, ਕਿਤੇ ਸਮਾਂ ਆਏਗਾ, ਆਵਾਂਗੇ, ਤੇਰੇ ਮਨ ਦੀ ਇਹ ਮੁਰਾਦ ਪੂਰੀ ਕਰ ਦਿਆਂਗੇ। ਜਦੋਂ ਉਹਨੇ ਕਹਿਣਾ, ਮਹਾਰਾਜ ਨੇ ਕਹਿਣਾ, ਕੋਈ ਨਹੀਂ, ਕੋਈ ਸਮਾਂ ਆਏਗਾ, ਜ਼ਰੂਰ ਚਰਨ ਪਾ ਦਿਆਂਗੇ। ਹੁਣ ਅੱਜ ਉਹ ਸਮਾਂ ਆ ਗਿਆ। ਮਹਾਰਾਜ ਨੂੰ ਚੇਤੇ ਆ ਗਿਆ ਵੀ ਉਹ ਪੂਰਨ ਮਸੰਦ ਬਹਿਲੋਲਪੁਰ ਪਿੰਡ ਦਾ ਹੈ। ਤੇ ਮਹਾਰਾਜ ਕਹਿੰਦੇ, ਪੰਡਤ ਜੀ, ਇਸ ਪਿੰਡ ਦੇ ਵਿੱਚ ਇੱਕ ਪੂਰਨ ਨਾਮ ਦਾ ਬੰਦਾ, ਉਹਨੂੰ ਪੂਰਨ ਮਸੰਦ ਕਰਕੇ ਜਾਣਦੇ ਨੇ ਲੋਕ। ਤੇ ਪੰਡਤ ਜੀ, ਤੁਸੀਂ ਉਹਨੂੰ ਜਾਣਦੇ ਹੋ? ਪੰਡਤ ਕਹਿੰਦਾ, ਉਹੀ ਪੂਰਨ ਮਸੰਦ ਜਿਹੜਾ ਅਨੰਦਪੁਰ ਵਾਲੇ ਗੁਰੂ ਦਾ ਸਿੱਖ ਹੈ। ਮਹਾਰਾਜ ਕਹਿੰਦੇ, ਹਾਂ। ਮਹਾਰਾਜ ਨੇ ਦੱਸਿਆ ਨਹੀਂ ਕਿ ਮੈਂ ਹੀ ਗੁਰੂ ਗੋਬਿੰਦ ਸਿੰਘ ਹਾਂ, ਕਿਉਂਕਿ ਪੰਡਤ ਨੇ ਪਹਿਚਾਣਿਆ ਨਹੀਂ। ਮਹਾਰਾਜ ਜੀਆਂ ਦੇ ਤਾਂ ਜਿਹੜਾ ਸਰੀਰ ਤੇ ਜਾਮਾ ਸੀ, ਚੋਲਾ ਸੀ ਨਾ, ਉਹ ਕਹਿੰਦੇ ਝਾੜੀਆਂ ਵੱਜ ਵੱਜ ਸਾਰਾ ਲੀਰੋ ਲੀਰ ਹੋ ਗਿਆ ਸੀ। ਜਿਹੜੀ ਪਾਤਸ਼ਾਹ ਦੇ ਪਜਾਮੀ ਪਾਈ ਸੀ ਨਾ, ਉਹ ਵੀ ਝਾੜੀਆਂ ਵੱਜ ਵੱਜ ਕੇ ਪਾਟ ਗਈ ਤੇ ਲੱਤਾਂ ਦੇ ਵਿੱਚੋਂ ਖੂਨ ਸਿਮਰਿਆ ਸੀ। ਉਸ ਖੂਨ ਦੇ ਨਾਲ ਪਜਾਮੀ ਤੇ ਚੋਲਾ ਸਾਰਾ ਹੀ ਲਿਬੜ ਗਏ ਸੀ। ਉਹ ਪਜਾਮੀ, ਉਹ ਪਾਤਸ਼ਾਹ ਦਾ ਚੋਲਾ ਅੱਜ ਵੀ ਮਾਛੀਵਾੜਾ ਸਾਹਿਬ ਹੈਗਾ ਹੈ, ਸੰਗਤਾਂ ਦਰਸ਼ਨ ਕਰਦੀਆਂ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਹਾਂ, ਉਹੀ ਪੂਰਨ ਮਸੰਦ ਜਿਹੜਾ ਅਨੰਦਪੁਰ ਵਾਲੇ ਗੁਰੂ ਦਾ ਸਿੱਖ ਹੈ। ਕਹਿਣ ਲੱਗਿਆ, ਜੀ ਉਹਦਾ ਘਰ ਤਾਂ ਨੇੜੇ ਹੀ ਇਸੇ ਹੀ ਰਾਹ ਤੇ ਹੈ। ਮਹਾਰਾਜ ਕਹਿੰਦੇ, ਸਾਨੂੰ ਦੱਸ ਦੇ ਕਿੱਥੇ ਕੁ ਕਰਕੇ। ਪੰਡਤ ਕਹਿੰਦਾ, ਜੀ ਤੁਸੀਂ ਰਾਹਗੀਰ ਹੋ, ਠੰਡ 'ਚ ਆਏ ਹੋ, ਪੈਰਾਂ 'ਚ ਜੋੜਾ ਵੀ ਨਹੀਂ ਹੈ, ਤੇ ਐਵੇਂ ਕਿੱਥੇ ਲੱਭਦੇ ਫਿਰੋਂਗੇ? ਮੈਂ ਆਣ ਕੇ ਇਸ਼ਨਾਨ ਕਰ ਲਵਾਂਗਾ, ਨੇੜੇ ਹੀ ਘਰ ਆ, ਮੈਂ ਤੁਹਾਨੂੰ ਛੱਡ ਆਉਣਾ। ਉਹ ਪੰਡਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਨਾਲ ਤੁਰ ਪਿਆ। ਪੂਰਨ ਮਸੰਦ ਦੇ ਦਰਵਾਜ਼ੇ 'ਚ ਖੜਾ ਹੋ ਕੇ ਤੇ ਪੰਡਤ ਨੇ ਦਰਵਾਜ਼ਾ ਖੜਕਾਇਆ ਤੇ ਪੂਰਨ ਮਸੰਦ ਦਾ ਇੱਕ ਨੌਕਰ ਹੈ, ਘਰ 'ਚ ਕੰਮ ਕਰਨ ਵਾਲਾ, ਖੇਤ ਵਿੱਚ ਕੰਮ ਕਰਨ ਵਾਲਾ, ਪਸ਼ੂ ਡੰਗਰ ਸਾਂਭਣ ਵਾਲਾ, ਉਹਦਾ ਨਾਮ ਹੈ ਜਿਉਣਾ। ਜਿਉਣੇ ਨੇ ਦਰਵਾਜ਼ਾ ਖੋਲ੍ਹਿਆ। ਕਹਿਣ ਲੱਗਿਆ, ਜੀ ਕੌਣ ਹੈ? ਤੇ ਇਹ ਪੰਡਤ ਕਹਿੰਦਾ, ਜੀ ਤੁਹਾਡੇ ਘਰ ਪੂਰਨ ਨੂੰ ਮਿਲਣ ਵਾਸਤੇ ਕੋਈ ਰਾਹਗੀਰ ਆਇਆ ਤੇ ਇਹਨਾਂ ਨੂੰ ਮਿਲੋ। ਪੰਡਤ ਛੱਡ ਕੇ ਆਪ ਵਾਪਸ ਚਲਿਆ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਅੰਦਰ ਗਏ ਤੇ ਉਹ ਜਿਉਣਾ ਪੁੱਛਦਾ, ਜੀ ਤੁਸੀਂ ਕੌਣ? ਮਹਾਰਾਜ ਕਹਿੰਦੇ, ਮੈਂ ਗੋਬਿੰਦ ਸਿੰਘ। ਜਿਉਣਾ ਇੱਕਦਮ ਪੁੱਛਦਾ, ਜੀ ਅਨੰਦਪੁਰ ਸਾਹਿਬ ਵਾਲੇ ਗੁਰੂਓ ਤੁਸੀਂ? ਮਹਾਰਾਜ ਕਹਿੰਦੇ, ਹਾਂ। ਚਾਹ ਚੜ੍ਹ ਗਿਆ। ਛੇਤੀ ਛੇਤੀ ਉਹਨੇ ਲੱਕੜਾਂ ਰੱਖ ਕੇ ਤੇ ਅੱਗ ਲਾ ਦਿੱਤੀ। ਮਹਾਰਾਜ ਨੂੰ ਕਹਿੰਦੇ, ਅੱਗ ਸੇਕੋ, ਇੰਨੀ ਠੰਡ 'ਚ, ਪੈਰਾਂ 'ਚ ਜੋੜਾ ਨਹੀਂ, ਅੱਗ ਸੇਕੋ। ਮਹਾਰਾਜ ਕਹਿੰਦੇ, ਪੂਰਨ ਕਿੱਥੇ ਆ? ਜਿਉਣਾ ਕਹਿੰਦਾ, ਜੀ ਉਹ ਉੱਪਰ ਚੁਬਾਰੇ ਵਿੱਚ। ਮਹਾਰਾਜ ਕਹਿੰਦੇ, ਉੱਥੇ ਹੀ ਕਰਦਾ? ਕਹਿੰਦੇ, ਅਜੇ ਜੀ ਸੁੱਤਾ, ਉੱਠੇ ਨਹੀਂ ਅਜੇ। ਮਹਾਰਾਜ ਕਹਿੰਦੇ, ਅੰਮ੍ਰਿਤ ਵੇਲਾ ਹੋ ਗਿਆ, ਹਜੇ ਪੂਰਨ ਮਸੰਦ ਸੁੱਤਾ ਹੈ, ਅੰਮ੍ਰਿਤ ਵੇਲੇ ਹੋ ਗਏ, ਉੱਠਦਾ ਨਹੀਂ ਉਹ? ਜਿਉਣਾ ਕਹਿੰਦਾ, ਜੀ ਉਹ ਰੋਜ਼ ਲੇਟ ਹੀ ਉੱਠਦੇ ਨੇ। ਮਹਾਰਾਜ ਕਹਿੰਦੇ, ਜਾਓ ਫਿਰ ਬੁਲਾ ਕੇ ਲਿਆਓ। ਬੜੇ ਚਾਅ ਨਾਲ ਛਾਲਾਂ ਮਾਰਦਾ ਹੀ ਪੌੜੀਆਂ ਚੜ੍ਹ ਗਿਆ ਉਹ।
ਜਦੋਂ ਉੱਪਰ ਚੜ੍ਹਿਆ ਤੇ ਦਰਵਾਜ਼ਾ ਖੜਕਾਵੇ, ਛੇਤੀ ਛੇਤੀ ਉਹਨੂੰ ਆਏ ਸੀ ਵੀ ਮੈਂ ਸੁਨੇਹਾ ਦੇਵਾਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਘਰੇ ਆਏ ਨੇ ਆਨੰਦਪੁਰ ਸਾਹਿਬ ਵਾਲੇ। ਉਹਦੇ ਮਨ ਵਿੱਚ ਇਹ ਸੀ ਜਿਉਣੇ ਦੇ ਕਿ ਜਦੋਂ ਮੈਂ ਪੂਰਨ ਮਸੰਦ ਨੂੰ ਦੱਸਾਂਗਾ ਤੇ ਪੂਰਨ ਮਸੰਦ ਨੂੰ ਮੇਰੇ ਮਾਲਕ ਨੂੰ ਚਾਅ ਚੜ੍ਹ ਜਾਣਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਨੇ। ਛੇਤੀ ਛੇਤੀ ਛਾਲਾਂ ਮਾਰਦਾ ਪੌੜੀਆਂ ਚੜ੍ਹਿਆ, ਦਰਵਾਜ਼ਾ ਖੜਕਾਇਆ। ਕਿੰਨਾ ਚਿਰ ਦਰਵਾਜ਼ਾ ਖੜਕਾਉਂਦਾ ਰਿਹਾ। ਹੌਲੀ ਹੌਲੀ ਪੂਰਨ ਮਸੰਦ ਨੇ ਦਰਵਾਜ਼ਾ ਖੋਲ੍ਹਿਆ ਤੇ ਖੋਲ੍ਹ ਕੇ ਕਹਿਣ ਲੱਗਿਆ, ਜਿਉਣਿਆ ਅੱਜ ਤੈਨੂੰ ਕੀ ਹੋ ਗਿਆ? ਅੱਧੀ ਰਾਤ ਹੀ ਦਰਵਾਜ਼ਾ ਖੜਕਾਈ ਜਾਂਦਾ ਤੂੰ। ਉਹਦਾ ਸਾਹ ਨਾ ਰਲੇ, ਚਾਅ ਹੋਵੇ ਨਾ ਤੇ ਉਦੋਂ ਗੱਲ ਕਹਿਣੀ ਔਖੀ ਹੋ ਜਾਂਦੀ ਹੈ। ਛੇਤੀ ਛੇਤੀ ਕਹਿੰਦਾ, ਜੀ ਆਪਣੇ ਘਰ ਗੁਰੂ ਆਏ ਨੇ। ਕਹਿੰਦਾ ਕਿਹੜੇ ਗੁਰੂ ਆਏ ਨੇ? ਕਹਿੰਦਾ ਜੀ ਆਨੰਦਪੁਰ ਸਾਹਿਬ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਘਰ ਆਏ ਨੇ। ਅੱਛਾ, ਆਪਣੇ ਘਰ ਕੌਣ ਕੌਣ ਆ ਨਾਲ? ਉਹ ਤਾਂ ਇਕੱਲੇ ਹੀ ਨੇ। ਕੀ ਆ ਉਹਨਾਂ ਕੋਲੇ? ਕਹਿੰਦੀ ਕੁਝ ਨਹੀਂ, ਇਕੱਲਾ ਇੱਕ ਸ਼੍ਰੀ ਸਾਹਿਬ ਹੈ ਜੀ, ਤਲਵਾਰ ਹੈ ਇਕੱਲੀ, ਹੋਰ ਕੁਝ ਨਹੀਂ ਉਹਨਾਂ ਦੇ ਕੋਲ, ਤੇ ਤੁਸੀਂ ਛੇਤੀ ਆਓ। ਅੱਛਾ, ਇਕੱਲੇ ਹੀ ਨੇ। ਇੱਦਾਂ ਸੋਚ ਕੇ ਤੇ ਪੂਰਨ ਮਸੰਦ ਕਹਿੰਦਾ, ਜਾ ਕੇ ਗੁਰੂ ਨੂੰ ਕਹਿ ਦੇ ਕਿ ਪੂਰਨ ਮਸੰਦ ਤਾਂ ਘਰੇ ਹੈ ਨਹੀਂ। ਜਿੱਦੇ ਸਾਨੂੰ ਦਰਸ਼ਨਾਂ ਦੀ ਲੋੜ ਹੋਈ ਅਸੀਂ ਆਨੰਦਪੁਰ ਸਾਹਿਬ ਆ ਕੇ ਦਰਸ਼ਨ ਕਰ ਲਵਾਂਗੇ। ਪੂਰਨ ਮਸੰਦ ਨੂੰ ਪਤਾ ਸੀ ਕਿ ਪਿੱਛੇ ਫੌਜਾਂ ਚੜ੍ਹ ਕੇ ਆ ਰਹੀਆਂ। ਜੇ ਕਿਤੇ ਮੁਗਲ ਫੌਜਾਂ ਨੂੰ ਪਤਾ ਲੱਗ ਗਿਆ ਕਿ ਗੁਰੂ ਗੋਬਿੰਦ ਸਿੰਘ ਬਹਿਲੋਲਪੁਰ ਪਿੰਡ ਦੇ ਵਿੱਚ ਪੂਰਨ ਮਸੰਦ ਦੇ ਘਰ ਹੈ ਤੇ ਖਮਾਜਾ ਸਾਨੂੰ ਭੁਗਤਣਾ ਪੈਣਾ ਹੈ, ਸਾਨੂੰ ਸਜ਼ਾ ਮਿਲੇਗੀ, ਫੌਜ ਸਾਨੂੰ ਤੰਗ ਕਰੇਗੀ। ਐਵੇਂ ਨਹੀਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਖਿਆ ਸੀ, ਪ੍ਰੀਤਮ ਜਾਨ ਲਿਹੋ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਸਾਰੇ ਆਪਣੇ ਸੁੱਖਾਂ ਦੀ ਖਾਤਰ ਹੀ ਆ, ਕੌਣ ਕਿਸੇ ਦਾ ਕਰਦਾ ਹੈ। ਕਹਿੰਦੀ ਅੱਜ ਮਾਫ ਕਰਿਓ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਤੇ ਐਡੀ ਵੱਡੀ ਮੁਸੀਬਤ ਆਈ ਤੇ ਪੂਰਨ ਮਸੰਦ ਨੇ ਵੀ ਕਹਿਤਾ ਵੀ ਕਹਿ ਦੇ ਗੁਰੂ ਨੂੰ ਘਰੇ ਹੈ ਨਹੀਂ। ਇਹੋ ਹੀ ਮਸੰਦ ਪੂਰਨ ਜਾ ਕੇ ਕਹਿੰਦਾ ਸੀ, ਮਹਾਰਾਜ ਆਇਓ ਜੇ, ਪਾਇਓ ਜੇ ਚਰਨ ਕਰੇ। ਜੇ ਕਿਤੇ ਮਹਾਰਾਜ ਸੁਖੀ ਸ਼ਾਂਤੀ ਆਉਂਦੇ ਨਾ ਉਵੇਂ ਤੇ ਸੱਚੀ ਮੁੱਚੀ ਇਹਨੂੰ ਚਾਅ ਹੋਣਾ ਸੀ, ਕਿਉਂਕਿ ਦੁਨੀਆ ਦੇ ਲੋਕਾਂ ਨੇ, ਪਿੰਡ ਵਾਲਿਆਂ, ਨਗਰ ਵਾਲਿਆਂ ਨੇ ਗੱਲਾਂ ਕਰਨੀਆਂ ਸੀ ਕਿ ਪੂਰਨ ਦੇ ਘਰੇ ਗੁਰੂ ਗੋਬਿੰਦ ਸਿੰਘ ਆਇਆ, ਮਾਣ ਹੋਣਾ ਸੀ। ਪਰ ਅੱਜ ਬਿਪਤਾ 'ਚ ਅੱਜ ਕਹਿੰਦਾ ਕਹਿ ਦਿਓ ਗੁਰੂ ਨੂੰ ਕਿ ਘਰੇ ਹੈ ਨਹੀਂ ਪੂਰਨ। ਮਹਾਰਾਜ ਕਹਿੰਦੇ ਸੁਖ ਮਿਆਨ ਬਹੁਤ ਮਿਲ ਬੈਠਤ ਰਹਿਤ ਚਾਹੋਂ ਦਿਸ ਘੇਰੈ। ਤੁਸੀਂ ਸੁਖੀ ਹੋਵੋਗੇ ਨਾ, ਤੁਹਾਡੇ ਕੋਲੇ 4 ਪੈਸੇ ਹੋਣਗੇ ਤੇ ਸਾਰੇ ਹੀ ਬੁਲਾ ਕੇ ਲੰਘਣਗੇ ਵੀ ਕੀ ਹਾਲ ਆ ਸਾਹਿਬ ਜੀ, ਸਾਰੇ ਸਤਿਕਾਰ ਕਰਨਗੇ। ਜਿਸ ਵੇਲੇ ਵਿਪਤਾ 'ਚ ਹੋਵੋਗੇ, ਕਿਸੇ ਮੁਸੀਬਤ ਵਿੱਚ ਫਸ ਜਾਓਗੇ ਨਾ ਤੇ ਅਗਲਾ ਕਹੇਗਾ ਸਾਨੂੰ ਕੋਈ ਸਵਾਲ ਹੀ ਨਾ ਕਰ ਦੇਵੇ। ਨਾਲ ਰਹਿਣ ਵਾਲੇ ਦੋਸਤ ਮਿੱਤਰ ਵੀ ਫਿਰ ਪਾਸਾ ਵੱਟ ਜਾਂਦੇ। ਮਹਾਰਾਜ ਕਹਿੰਦੇ ਵਿਪਤ ਪਰੀ ਸਭ ਹੀ ਸੰਗ ਛੱਡਤ, ਕੋ ਨਾ ਆਵਤ ਨੇੜੇ। ਫਿਰ ਨਹੀਂ ਕੋਈ ਨੇੜੇ ਟੁਕਦਾ। ਹੁਣ ਸੁਨੇਹਾ ਤਾਂ ਮਿਲ ਗਿਆ ਜਿਉਣੇ ਨੂੰ ਪੂਰਨ ਮਸੰਦ ਦਾ, ਭੱਜ ਕੇ ਪੌੜੀਆਂ ਚੜ੍ਹਿਆ ਸੀ। ਹੁਣ ਉੱਤੋਂ ਉਤਰਨ ਨੂੰ ਦਿਲ ਨਹੀਂ ਕਰਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਾ ਕੇ ਕੀ ਸੁਨੇਹਾ ਦਿਉਂ। ਮੈਂ ਤਾਂ ਕਹਿ ਕੇ ਆਇਆ ਉੱਪਰ ਸੁੱਤਾ ਪਿਆ, ਹੁਣ ਕਿਵੇਂ ਕਹੂੰ ਵੀ ਘਰੇ ਹੈ ਨਹੀਂ। ਹੁਣ ਹੌਲੀ ਹੌਲੀ ਪੌੜੀਆਂ ਉਤਰਦਾ ਹੈ, ਹੌਲੀ ਹੌਲੀ। ਜਿਹੜਾ ਪਹਿਲਾਂ ਚਾਅ ਸੀ ਉਹ ਚਾਅ ਨਹੀਂ ਰਿਹਾ ਹੁਣ। ਹੌਲੀ ਹੌਲੀ ਤੁਰਿਆ ਆਉਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਵੱਲ ਨੂੰ। ਮਹਾਰਾਜ ਅੱਗ ਸੇਕ ਰਹੇ ਨੇ। ਉਹ ਦਰਵਾਜ਼ਾ ਜਿੱਥੇ ਪੂਰਨ ਮਸੰਦ ਦੇ ਪਸ਼ੂ ਬੰਨੇ ਹੋਏ ਸੀ, ਉੱਥੇ ਹੀ ਅੱਗ ਬਾਲ ਕੇ ਦਿੱਤੀ ਮਹਾਰਾਜ ਨੂੰ।
ਜਦੋਂ ਹੌਲੀ ਹੌਲੀ ਤੁਰਦਾ ਮਹਾਰਾਜ ਕਹਿੰਦੇ ਜਿਉਣਿਆ ਆ ਜਾ, ਸੁਣ ਲਿਆ ਮੈਂ ਸਭ ਕੁਝ, ਤੈਨੂੰ ਦੱਸਣ ਦੀ ਲੋੜ ਨਹੀਂ, ਆ ਜਾ। ਜਿਉਣਾ ਆ ਗਿਆ, ਹੱਥ ਜੋੜ ਕੇ ਖੜਿਆ। ਮਹਾਰਾਜ ਕਹਿੰਦੇ ਜਿਉਣਿਆ ਕੋਈ ਗੱਲ ਨਹੀਂ, ਫਿਰ ਕੀ ਹੋਇਆ ਜੇ ਉਹਨੇ ਕਹਿ ਦਿੱਤਾ ਮੈਂ ਘਰੇ ਨਹੀਂ। ਜਿਉਣਾ ਕਹਿਣ ਲੱਗਿਆ ਮਹਾਰਾਜ ਸੱਚੀ ਅੱਜ ਕਿਤੇ ਮੇਰਾ ਘਰ ਹੁੰਦਾ, ਭਾਵੇਂ ਛੋਟਾ ਹੀ ਹੁੰਦਾ, ਮਹਾਰਾਜ ਕਿਤੇ ਛੱਪਰੀ ਪਾਈ ਹੁੰਦੀ ਨਾ, ਤੇ ਅੱਜ ਮੈਂ ਤੁਹਾਨੂੰ ਆਪਣੇ ਘਰ ਲੈ ਜਾਣਾ ਸੀ। ਉਹਨੂੰ ਚਾਅ ਸੀ ਵਿਚਾਰੇ ਨੂੰ, ਮਹਾਰਾਜ ਸੱਚੀ ਛੋਟੀ ਜਿਹੀ ਛੱਪਰੀ ਵੀ ਹੁੰਦੀ ਨਾ, ਮੈਂ ਆਪਣੇ ਘਰ ਤੁਹਾਨੂੰ ਲੈ ਜਾਣਾ ਸੀ। ਤੇ ਫਿਰ ਵੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਜ਼ਖਮ ਉਹਨੇ ਚੰਗੀ ਤਰ੍ਹਾਂ, ਜਿਹੜੇ ਕੰਡੇ ਵੱਜ ਵੱਜ ਕੇ ਖੂਨ ਸਿਮਰਿਆ ਸੀ ਨਾ, ਉਹ ਜਿਉਣੇ ਨੇ ਸਾਫ਼ ਕੀਤੇ। ਮਹਾਰਾਜ ਦੇ ਚਰਨ ਸਾਫ਼ ਕੀਤੇ, ਕੰਡੇ ਪੈਰਾਂ 'ਚ ਵੱਜੇ ਹੋਏ ਸੀ ਮਹਾਰਾਜ ਦੇ। ਤੇ ਜਿਹੜੀ ਅੱਗ ਬਾਲ ਕੇ ਦਿੱਤੀ ਸੀ ਉਹ ਪਤਾ ਕੀ ਕਰੀ, ਪੂਰਨ ਮੁਸੰਦ ਨੇ ਆਪਣੇ ਖੇਤ ਵਿੱਚ ਲਾਉਣਾ ਸੀ ਖੂਹ। ਤੇ ਆਪ ਜੀਆਂ ਨੂੰ ਪਤਾ ਹੈ ਕਿ ਪੁਰਾਣੇ ਖੂਹਾਂ ਤੇ ਟਿੰਡਾਂ ਹੀ ਚੱਲਦੀਆਂ ਸੀ। ਉਹ ਖੂਹ ਦਾ ਸਮਾਨ ਲਿਆ ਕੇ ਰੱਖਿਆ ਹੋਇਆ ਸੀ ਤੇ ਪੂਰਨ ਮੁਸੰਦ ਦੇ ਘਰੇ ਉਹ ਟਿੰਡਾਂ ਪਈਆਂ ਸੀ। ਜਿਉਣੇ ਨੇ ਇੱਕ ਟਿੰਡ ਚੱਕ ਲਈ, ਉਹਨੂੰ ਰੱਸਾ ਬੰਨ੍ਹ ਦਿੱਤਾ ਤੇ ਉਹ ਜਿਹੜੀ ਅੱਗ ਬਲਦੀ ਸੀ, ਲੱਕੜਾਂ ਬਲਦੀਆਂ ਸੀ, ਟਿੰਡ ਵਿੱਚ ਪਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਰੱਸਾ ਫੜਾ ਦਿੱਤਾ ਕਿ ਮਹਾਰਾਜ ਠੰਡ ਬਹੁਤ ਹੈ, ਇਹ ਤੁਸੀਂ ਅੱਗ ਸੇਕਦੇ ਜਾਇਓ ਜੇ। ਮਹਾਰਾਜ ਨੇ ਫਿਰ ਉਹ ਟਿੰਡ ਸਾਂਭ ਕੇ ਰੱਖੀ ਸੀ, ਨਾਲ ਨਾਲ ਲੈ ਕੇ ਚੱਲੇ। ਜਿੰਨਾ ਚਿਰ ਅੱਗ ਨਾ ਬੁਝੀ ਉਹਨਾਂ ਚਿਰ ਤਾਂ ਮਹਾਰਾਜ ਨਿੱਘ ਲੈਂਦੇ ਰਹੇ ਉਸ ਅੱਗ ਦਾ, ਉਸ ਟਿੰਡ ਕਰਕੇ। ਤੇ ਜਦੋਂ ਅੱਗ ਠੰਡੀ ਹੋ ਗਈ ਸੀ, ਅੱਗੇ ਫਿਰ ਮਹਾਰਾਜ ਜਦੋਂ ਮਾਛੀਵਾੜੇ ਦੇ ਜੰਗਲਾਂ 'ਚ ਗਏ ਸੀ ਨਾ, ਪਹਿਲਾਂ ਇੱਕ ਰਾਤ ਰਸਤੇ 'ਚ ਬੀਤ ਗਈ ਸੀ। ਉਹ ਬੇਰੀਆਂ ਦਾ ਕਹਿੰਦੇ ਇੱਕ ਜੰਗਲ ਸੀ, ਉਸ ਜੰਗਲ ਦੇ ਵਿੱਚ ਵੀ ਮਹਾਰਾਜ ਆਰਾਮ ਕਰਕੇ ਆਏ ਰਾਤ। ਮਾਛੀਵਾੜੇ ਦੇ ਜੰਗਲ 'ਚ ਚਲੇ ਗਏ, ਉੱਥੇ ਫਿਰ ਮਹਾਰਾਜ ਨੇ ਉਹ ਜਿਹੜੀ ਟਿੰਡ ਸੀ ਉਹਦਾ ਸਰਾਣਾ ਲਾ ਕੇ ਮਹਾਰਾਜ ਨੇ ਆਰਾਮ ਕੀਤਾ। ਇਸ ਤੋਂ ਅੱਗੇ ਫਿਰ ਆਪਾਂ ਇਤਿਹਾਸ ਦੀ ਲੜੀ 2 ਦਿਨ ਠਹਿਰ ਕੇ ਅੱਗੇ ਫਿਰ ਜੋੜ ਲਾਂਗੇ, ਕਿਉਂਕਿ ਕੱਲ੍ਹ ਤੋਂ ਆਪਾਂ ਛੋਟੇ ਸਾਹਿਬਜ਼ਾਦਿਆਂ ਦੇ ਇਤਿਹਾਸ ਦੀ ਲੜੀ ਅੱਗੇ ਜੋੜਾਂਗੇ। ਸਰਸਾ ਨਦੀ 'ਤੇ ਪਰਿਵਾਰ ਦਾ ਵਿਛੋੜਾ ਪਿਆ ਸੀ, ਉੱਥੋਂ ਆਪਾਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦਾ ਜਿਹੜਾ ਇਤਿਹਾਸ ਹੈ ਉਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ ਜੀ। ਇਹ ਆਪਾਂ 2-4 ਦਿਨ ਇਤਿਹਾਸ ਨੂੰ ਇੱਥੇ ਸਟੋਪ ਦੇ ਦਿੰਦੇ ਹਾਂ, ਅੱਗੇ ਫਿਰ ਆਪਾਂ ਇੱਥੇ ਲੜੀ ਜੋੜ ਲਾਂਗੇ ਜੀ। ਇਤਿਹਾਸ ਸਰਵਣ ਕਰਾਉਂਦਿਆਂ ਦਾਸ ਤੋਂ ਸੰਗਤ ਜੀ ਇੱਕ ਨਹੀਂ, ਅਨੇਕਾਂ ਹੀ ਭੁੱਲਾਂ ਹੋਈਆਂ ਹੋਣੀਆਂ। ਗੁਰੂ ਔਰ ਗੁਰੂ ਜੀ ਦੀ ਸੰਗਤ